ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੁਣਵੀਆਂ ਖਬਰਾਂ ਦੇ ਉੱਪਰ। ਨਵੀਂ ਇਮੀਗ੍ਰੇਸ਼ਨ ਪ੍ਰੋਗਰਾਮ ਨੇ ਬਣਾਇਆ ਰਿਕਾਰਡ। ਲਗਭਗ 24 ਘੰਟਿਆਂ ਦੇ ਵਿੱਚ ਹੀ ਵਿਦਿਆਰਥੀ ਕੋਟਾ ਹੋਇਆ ਪੂਰਾ। ਅਪ੍ਰੈਲ ਮਹੀਨਾ ਕੈਨੇਡਾ ਦੇ ਲਈ ਰਿਹਾ ਮਾੜਾ, ਗਵਾਈਆਂ 2,07,000 ਨੌਕਰੀਆਂ। ਕਰੋਨਾ ਕਾਰਨ ਏਅਰ ਕੈਨੇਡਾ ਨੂੰ ਪਿਆ ਘਾਟਾ, $1.3 ਬਿਲੀਅਨ ਦਾ ਪਿਆ ਘਾਟਾ। ਟਰੂਡੋ ਨੇ ਦੱਸਿਆ ਕਿਵੇਂ ਘੱਟ ਹੋਵੇਗਾ ਵਾਇਰਸ ਦਾ ਫੈਲਾਅ। ਟਰੂਡੋ ਨੇ ਸੂਬਿਆਂ ਦਾ ਕੀਤਾ ਧੰਨਵਾਦ। ਨਸ਼ੇ ਦੇ ਮਾਮਲੇ ਦੇ ਵਿੱਚ 8 ਜਾਣੇ ਗ੍ਰਿਫਤਾਰ, ਪ੍ਰਿੰਸ ਜਾਰਜ ਤੋਂ ਮਾਮਲਾ ਆਇਆ ਸਾਹਮਣੇ। ਅਲਬਰਟਾ ਆਉਣ ਵਾਲੀਆਂ ਉਡਾਨਾਂ ਦੇ ਵਿੱਚ ਨਿਕਲੇ ਕਰੋਨਾ ਮਾਮਲੇ, 55 ਉਡਾਨਾਂ ਦੇ ਵਿੱਚ ਪਾਏ ਗਏ ਕਰੋਨਾ ਮਾਮਲੇ। ਕੈਨੇਡਾ ਵੱਲੋਂ ਨਵਾਂ ਇਮੀਗ੍ਰੇਸ਼ਨ ਪ੍ਰੋਗਰਾਮ ਲਿਆਂਦਾ ਗਿਆ, ਜਿਸ ਦੇ ਤਹਿਤ 90,000 ਦੇ ਕਰੀਬ ਇੰਟਰਨੈਸ਼ਨਲ ਗ੍ਰੈਜੂਏਟਸ ਅਤੇ ਅਸੈਂਸ਼ੀਅਲ ਵਰਕਰਸ ਨੂੰ ਮੌਕਾ ਦਿੱਤਾ ਜਾ ਰਿਹਾ ਹੈ ਕੈਨੇਡਾ ਦੇ ਵਿੱਚ PR ਹਾਸਲ ਕਰਨ ਦਾ। ਪਹਿਲੇ ਹੀ ਦਿਨ 24 ਘੰਟਿਆਂ ਦੌਰਾਨ ਕਾਫੀ ਜ਼ਿਆਦਾ ਇਸ ਦੀ ਡਿਮਾਂਡ ਦੇਖਣ ਨੂੰ ਮਿਲੀ। ਇੰਟਰਨੈਸ਼ਨਲ ਗ੍ਰੈਜੂਏਟ ਕੈਟਾਗਰੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਦੇ ਵਾਸਤੇ ਜੋ ਕੋਟਾ ਤੈਅ ਕੀਤਾ ਗਿਆ ਸੀ 40,000 ਐਪਲੀਕੇਸ਼ਨ ਦਾ, ਉਹ ਪੂਰਾ ਹੋ ਚੁੱਕਿਆ ਹੈ। ਇਹ ਕੋਟਾ ਮਹਿਜ਼ 24 ਘੰਟਿਆਂ ਦੌਰਾਨ ਹੀ ਪੂਰਾ ਹੋ ਗਿਆ, ਜਿਸ ਤੋਂ ਬਾਅਦ ਇਸ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ, ਜਾਣੀ ਕਿ ਇਸ ਇੰਟਰਨੈਸ਼ਨਲ ਗ੍ਰੈਜੂਏਟ ਸਟਰੀਮ ਨੂੰ ਬੰਦ ਕਰ ਦਿੱਤਾ ਗਿਆ ਹੈ। ਬਾਕੀ ਸਾਰੀ ਜਾਣਕਾਰੀ ਦੱਸਾਂਗੇ ਇਸ ਖਬਰ ਦੇ ਵਿੱਚ। ਕੈਨੇਡਾ ਵੱਲੋਂ ਜੋ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ, ਉਸ ਪ੍ਰੋਗਰਾਮ ਦੇ ਵਾਸਤੇ ਐਸੈਂਸ਼ੀਅਲ ਵਰਕਰਸ ਅਤੇ ਇੰਟਰਨੈਸ਼ਨਲ ਗ੍ਰੈਜੂਏਟਸ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਭ ਤੋਂ ਵੱਧ ਡਿਮਾਂਡ ਇੰਟਰਨੈਸ਼ਨਲ ਗ੍ਰੈਜੂਏਟ ਕੈਟਾਗਰੀ ਦੀ ਰਹੀ, ਜਿੱਥੇ 24 ਘੰਟਿਆਂ ਦੇ ਦੌਰਾਨ ਹੀ ਇਹ ਸਟਰੀਮ ਪੂਰੀ ਹੋ ਗਈ। ਦੱਸੀਏ ਕਿ ਇਮੀਗ੍ਰੇਸ਼ਨ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਟਰਨੈਸ਼ਨਲ ਗ੍ਰੈਜੂਏਟਸ ਫਰੋਮ ਕੈਨੇਡੀਅਨ ਇੰਸਟੀਚਿਊਟ ਦੇ ਵਾਸਤੇ 40,000 ਐਪਲੀਕੇਸ਼ਨ ਦਾ ਕੋਟਾ ਰੱਖਿਆ ਗਿਆ ਸੀ, ਜੋ ਕਿ 24 ਘੰਟਿਆਂ ਦੌਰਾਨ ਹੀ ਪੂਰਾ ਹੋ ਗਿਆ। ਵਰਕਰਸ ਇਨ ਕੈਨੇਡਾ ਹੈਲਥ ਕੇਅਰ ਸਟਰੀਮ ਦੇ ਵਾਸਤੇ 20,000 ਐਪਲੀਕੇਸ਼ਨਸ ਮਨਜ਼ੂਰ ਕੀਤੀਆਂ ਜਾਣੀਆਂ ਸੀ। ਹੁਣ ਤੱਕ ਇਸ ਸੰਬੰਧੀ ਇਮੀਗ੍ਰੇਸ਼ਨ ਵਿਭਾਗ ਨੂੰ 714 ਅਰਜ਼ੀਆਂ ਮਿਲ ਚੁੱਕੀਆਂ ਹਨ। ਵਰਕਰਸ ਇਨ ਕੈਨੇਡਾ ਅਸੈਂਸ਼ੀਅਲ ਨਾਨ ਹੈਲਥ ਕੇਅਰ ਦੇ ਵਾਸਤੇ 30,000 ਦਾ ਕੋਟਾ ਤੈਅ ਕੀਤਾ ਗਿਆ, ਜਿਸ ਦੇ ਅਧੀਨ 4,722 ਐਪਲੀਕੇਸ਼ਨਸ ਪਹੁੰਚ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਵੱਲੋਂ ਜੋ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਇਹਨਾਂ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ 90,000 ਦੇ ਕਰੀਬ ਅਸੈਂਸ਼ੀਅਲ ਵਰਕਰਸ ਅਤੇ ਇੰਟਰਨੈਸ਼ਨਲ ਗ੍ਰੈਜੂਏਟਸ ਨੂੰ ਕੈਨੇਡਾ ਦੇ ਵਿੱਚ PR ਹਾਸਲ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ ਤੇ 24 ਘੰਟਿਆਂ ਦੌਰਾਨ ਹੁਣ ਤੱਕ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਕੋਲ 46,000 ਦੇ ਲਗਭਗ ਅਰਜ਼ੀਆਂ ਪਹੁੰਚ ਚੁੱਕੀਆਂ ਹਨ। ਇਹਨਾਂ ਪ੍ਰੋਗਰਾਮ ਦੇ ਵਾਸਤੇ ਕਾਫੀ ਜ਼ਿਆਦਾ ਡਿਮਾਂਡ ਦੇਖੀ ਜਾ ਰਹੀ ਹੈ। ਮਈ 6 ਈਸਟਰਨ ਸਟੈਂਡਰਡ ਟਾਈਮ ਦੇ ਮੁਤਾਬਕ 12 ਵਜੇ ਅਰਜ਼ੀਆਂ ਲੈਣ ਦੀ ਸ਼ੁਰੂਆਤ ਕਰ ਦਿੱਤੀ ਗਈ ਸੀ। ਜਾਣਕਾਰੀ ਦੇ ਲਈ ਦੱਸ ਦਈਏ ਕਿ ਇਮੀਗ੍ਰੇਸ਼ਨ ਡਿਪਾਰਟਮੈਂਟ ਦੀ ਜਾਣਕਾਰੀ ਮੁਤਾਬਕ ਇਹ ਪ੍ਰੋਗਰਾਮ ਨਵੰਬਰ ਮਹੀਨੇ ਬੰਦ ਕੀਤਾ ਜਾਣਾ ਹੈ, ਪਰ ਜੋ ਇੰਟਰਨੈਸ਼ਨਲ ਗ੍ਰੈਜੂਏਟ ਦੀ ਕੈਟਾਗਰੀ ਹੈ ਉਸ ਦਾ ਕੋਟਾ ਪੂਰਾ ਹੋ ਚੁੱਕਿਆ ਹੈ, ਜਿਸ ਦੀ ਜਾਣਕਾਰੀ IRCC ਵੱਲੋਂ ਟਵਿੱਟਰ ਹੈਂਡਲ ਦੇ ਉੱਪਰ ਵੀ ਸਾਂਝੀ ਕੀਤੀ ਗਈ ਹੈ। ਕੈਨੇਡਾ ਦੀ ਆਰਥਿਕਤਾ ਅਤੇ ਨੌਕਰੀਆਂ ਦੇ ਉੱਪਰ ਕਰੋਨਾ ਵਾਇਰਸ ਦਾ ਜੋ ਅਸਰ ਪਿਆ ਸੀ, ਉਸ ਦੇ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਸੀ, ਪਰ ਸਟੈਟਿਸਟਿਕਸ ਕੈਨੇਡਾ ਨੇ ਇੱਕ ਨਵੀਂ ਜਾਣਕਾਰੀ ਸਾਂਝੀ ਕੀਤੀ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਇੱਕ ਵਾਰ ਫਿਰ ਤੋਂ ਨੌਕਰੀਆਂ ਪ੍ਰਭਾਵਿਤ ਹੋਈਆਂ ਨੇ। ਜਾਣਕਾਰੀ ਦਿੱਤੀ ਗਈ ਹੈ ਕਿ ਕੈਨੇਡਾ ਦੇ ਵਿੱਚ 2,07,000 ਦੇ ਕਰੀਬ ਨੌਕਰੀਆਂ ਚਲੀਆਂ ਗਈਆਂ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਣਕਾਰੀ ਦਿੱਤੀ ਹੈ ਕਿ ਅਪ੍ਰੈਲ ਮਹੀਨੇ ਦੇ ਵਿੱਚ ਕੈਨੇਡਾ ਵੱਲੋਂ 2,07,000 ਨੌਕਰੀਆਂ ਗਵਾਈਆਂ ਗਈਆਂ। ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਦੇ ਚੱਲਦਿਆਂ ਆਰਥਿਕਤਾ ਅਤੇ ਨੌਕਰੀਆਂ ਦੇ ਉੱਪਰ ਜੋ ਪ੍ਰਭਾਵ ਪਿਆ ਸੀ, ਉਹ ਹੌਲੀ-ਹੌਲੀ ਕਰਕੇ ਸੁਧਰਿਆ ਸੀ, ਪਰ ਬਾਅਦ ਦੇ ਵਿੱਚ ਕਰੋਨਾ ਵੇਰੀਐਂਟ ਦੇ ਫੈਲਾਅ ਦੇ ਨਾਲ ਇੱਕ ਵਾਰ ਫਿਰ ਤੋਂ ਅਜਿਹੀਆਂ ਖਬਰਾਂ ਸਾਹਮਣੇ ਆਉਣ ਲੱਗੀਆਂ ਨੇ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ। ਇਸੇ ਦੀ ਹੀ ਜਾਣਕਾਰੀ ਸਟੈਟਿਸਟਿਕਸ ਕੈਨੇਡਾ ਵੱਲੋਂ ਸਾਂਝੀ ਕੀਤੀ ਗਈ ਹੈ। ਏਜੰਸੀ ਨੇ ਦੱਸਿਆ ਹੈ ਕਿ ਇਕਾਨਮੀ ਨੇ ਅਪ੍ਰੈਲ ਮਹੀਨੇ ਦੇ ਵਿੱਚ 2,07,000 ਨੌਕਰੀਆਂ ਦਾ ਘਾਟਾ ਝੱਲਿਆ ਹੈ। ਇਹ ਉਸ ਸਮੇਂ ਜਾਣਕਾਰੀ ਸਾਹਮਣੇ ਆਈ ਜਦੋਂ ਕਈ ਬਿਜ਼ਨਸ ਅਤੇ ਲੋਕ ਸਿਹਤ ਦੇ ਸੰਬੰਧੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਕੈਨੇਡਾ ਦੇ ਵਿੱਚ ਬੇਰੁਜ਼ਗਾਰੀ ਦਰ ਵੀ 8.1% ਦੇ ਉੱਪਰ ਪਹੁੰਚ ਗਈ ਹੈ। ਮਾਰਚ ਮਹੀਨੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਮਹੀਨੇ ਬੇਰੁਜ਼ਗਾਰੀ ਦਰ 7.5% ਰਹੀ। ਮਾਰਚ ਮਹੀਨੇ ਦੇ ਵਿੱਚ ਨੌਕਰੀਆਂ ਅੰਦਰ ਵਾਧਾ ਦੇਖਿਆ ਗਿਆ ਸੀ, ਜਿਸ ਦੀ ਜਾਣਕਾਰੀ ਸਟੈਟਿਸਟਿਕਸ ਕੈਨੇਡਾ ਨੇ ਹੀ ਸਾਂਝੀ ਕੀਤੀ ਸੀ। ਉਹਨਾਂ ਦੇ ਮੁਤਾਬਕ 3,03,000 ਨੌਕਰੀਆਂ ਦੇ ਵਿੱਚ ਵਾਧਾ ਹੋਇਆ, ਪਰ ਅਪ੍ਰੈਲ ਮਹੀਨੇ ਦੇ ਵਿੱਚ ਇੱਕ ਵਾਰ ਫਿਰ ਤੋਂ ਇਹਨਾਂ ਅੰਦਰ ਘਾਟਾ ਦੇਖਿਆ ਗਿਆ, ਜਾਣੀ ਕਿ ਕਈ ਲੋਕਾਂ ਦੀ ਨੌਕਰੀ ਚਲੀ ਗਈ। ਸਭ ਤੋਂ ਵੱਧ ਪ੍ਰਭਾਵ ਓਨਟਾਰੀਓ ਦੇ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਕਰੋਨਾ ਵਾਇਰਸ ਦੇ ਮਾਮਲੇ ਵੀ ਲਗਾਤਾਰ ਵਧਦੇ ਹੀ ਜਾ ਰਹੇ ਨੇ। ਓਨਟਾਰੀਓ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇੱਥੇ 1,53,000 ਨੌਕਰੀਆਂ ਦਾ ਨੁਕਸਾਨ ਹੋਇਆ।
ਏਅਰ ਕੈਨੇਡਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕਰੋਨਾ ਵਾਇਰਸ ਦੇ ਚੱਲਦਿਆਂ ਉਹਨਾਂ ਨੂੰ ਵੱਡਾ ਘਾਟਾ ਸਹਿਣਾ ਪਿਆ, ਜਿੱਥੇ ਉਹਨਾਂ ਨੇ ਦੱਸਿਆ ਕਿ ਪਹਿਲੇ ਹੀ ਕੁਆਟਰ ਦੇ ਦੌਰਾਨ ਉਹਨਾਂ ਨੂੰ 1.3 ਬਿਲੀਅਨ ਡਾਲਰ ਦਾ ਘਾਟਾ ਪਿਆ ਹੈ। ਇਹਦੀ ਸਾਰੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ। ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਦੇ ਚੱਲਦਿਆਂ ਯਾਤਰਾ ਦੇ ਉੱਪਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਦੇ ਚੱਲਦਿਆਂ ਏਅਰ ਕੈਨੇਡਾ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕਿਸ ਤਰ੍ਹਾਂ ਉਹਨਾਂ ਨੂੰ ਸਾਲ ਦੇ ਪਹਿਲੇ ਕੁਆਟਰ ਦੇ ਵਿੱਚ ਘਾਟਾ ਪਿਆ ਹੈ। ਏਅਰ ਕੈਨੇਡਾ ਨੇ ਦੱਸਿਆ ਹੈ ਕਿ ਉਹਨਾਂ ਨੂੰ ਸਾਲ ਦੇ ਪਹਿਲੇ ਕੁਆਟਰ ਦੇ ਵਿੱਚ 1.3 ਬਿਲੀਅਨ ਡਾਲਰ ਦਾ ਘਾਟਾ ਸਹਿਣਾ ਪਿਆ। ਪਿਛਲੇ ਸਾਲ ਦੀ ਵੀ ਜਾਣਕਾਰੀ ਉਹਨਾਂ ਵੱਲੋਂ ਦਿੱਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਪਿਛਲੇ ਸਾਲ ਪਹਿਲੇ ਕੁਆਟਰ ਦੇ ਵਿੱਚ ਉਹਨਾਂ ਨੂੰ 1 ਬਿਲੀਅਨ ਡਾਲਰ ਦਾ ਘਾਟਾ ਪਿਆ ਸੀ। ਜੋ ਜਾਣਕਾਰੀ 에ਅਰਲਾਈਨ ਨੇ ਦਿੱਤੀ ਗਈ, ਉਸ ਦੇ ਮੁਤਾਬਕ ਉਹਨਾਂ ਦਾ ਰੈਵਨਿਊ 729 ਮਿਲੀਅਨ ਡਾਲਰ ਰਿਹਾ। 2020 ਦੇ ਪਹਿਲੇ 3 ਮਹੀਨਿਆਂ ਦੇ ਵਿੱਚ ਇਹ ਰੈਵਨਿਊ 3.7 ਮਿਲੀਅਨ ਡਾਲਰ ਸੀ। ਨਾਲ ਹੀ ਉਹਨਾਂ ਨੇ ਦੱਸਿਆ ਹੈ ਕਿ ਸੀਟ ਕੈਪੈਸਿਟੀ 82.1% ਘੱਟ ਹੋਈ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਦੇ ਚੱਲਦਿਆਂ ਯਾਤਰਾ ਸੰਬੰਧੀ ਸਖਤੀਆਂ ਕੀਤੀਆਂ ਗਈਆਂ, ਜਿੱਥੇ ਕਈ ਤਰ੍ਹਾਂ ਦੀਆਂ ਉਡਾਨਾਂ ਦੇ ਉੱਪਰ ਰੋਕ ਲਗਾਈ ਗਈ ਹੈ ਤੇ ਇਸ ਦਾ ਘਾਟਾ 에ਅਰਲਾਈਨਸ ਨੂੰ ਸਹਿਣਾ ਪਿਆ। ਪਿਛਲੇ ਮਹੀਨੇ ਏਅਰ ਕੈਨੇਡਾ ਵੱਲੋਂ ਫੈਡਰਲ ਸਰਕਾਰ ਦੇ ਨਾਲ ਇੱਕ ਡੀਲ ਵੀ ਕੀਤੀ ਗਈ ਸੀ। ਦਰਅਸਲ ਏਅਰ ਕੈਨੇਡਾ ਵੱਲੋਂ ਫੈਡਰਲ ਸਰਕਾਰ ਦੇ ਨਾਲ 5.9 ਬਿਲੀਅਨ ਡਾਲਰ ਦੀ ਇੱਕ ਡੀਲ ਕੀਤੀ ਗਈ ਸੀ। ਇਸੇ ਦੇ ਤਹਿਤ ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਜਿਹੜੇ ਲੋਕਾਂ ਨੂੰ ਰਿਫੰਡ ਦੇਣਾ ਹੈ, ਉਹਨਾਂ ਦਾ ਰਿਫੰਡ ਵੀ ਵਾਪਸ ਕੀਤਾ ਜਾਵੇਗਾ। ਇਸ ਕਰੋਨਾ ਵਾਇਰਸ ਦੇ ਦੌਰਾਨ ਜਿਹੜਾ ਵੀ ਏਅਰ ਕੈਨੇਡਾ ਨੂੰ ਘਾਟਾ ਪਿਆ ਹੈ, ਇਸ ਦੀ ਸਾਰੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਇੱਕ ਖਾਸ ਜਾਣਕਾਰੀ ਤਮਾਮ ਕੈਨੇਡੀਅਨਸ ਦੇ ਨਾਲ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਵਾਇਰਸ ਦੇ ਫੈਲਾਅ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ। ਟਰੂਡੋ ਨੇ ਕਿਹਾ ਕਿ ਸਕਰੀਨਿੰਗ ਅਤੇ ਟੈਸਟਿੰਗ ਦੇ ਨਾਲ ਹੀ ਇਸ ਦੇ ਫੈਲਾਅ ਨੂੰ ਘੱਟ ਕੀਤਾ ਜਾ ਸਕਦਾ ਹੈ ਤੇ ਉਹਨਾਂ ਵੱਲੋਂ ਤਮਾਮ ਪ੍ਰੋਵਿੰਸਸ ਅਤੇ ਟੈਰੀਟਰੀਜ਼ ਦਾ ਵੀ ਧੰਨਵਾਦ ਕੀਤਾ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਜਾਣਕਾਰੀ ਸਭ ਦੇ ਨਾਲ ਸਾਂਝੀ ਕੀਤੀ ਗਈ ਕਿ ਕਰੋਨਾ ਵਾਇਰਸ ਦੇ ਦੌਰਾਨ ਸਰਕਾਰ ਵੱਲੋਂ ਕੀ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਕਰੋਨਾ ਵਾਇਰਸ ਦੇ ਫੈਲਾਅ ਨੂੰ ਘੱਟ ਕਰਨਾ ਹੈ ਤੇ ਇਸ ਦੇ ਲਈ ਸਕਰੀਨਿੰਗ ਅਤੇ ਟੈਸਟਿੰਗ ਬੇਹੱਦ ਜ਼ਰੂਰੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਨੇ ਦੱਸਿਆ ਕਿ 26 ਮਿਲੀਅਨ ਰੈਪਿਡ ਟੈਸਟ ਪ੍ਰੋਵਿੰਸਸ ਅਤੇ ਟੈਰੀਟਰੀਜ਼ ਨੂੰ ਵੰਡੀਆਂ ਜਾ ਚੁੱਕੀਆਂ ਹਨ ਅਤੇ 1 ਮਿਲੀਅਨ ਤੋਂ ਵੱਧ ਰੈਪਿਡ ਟੈਸਟ ਵਰਕ ਪਲੇਸਿਸ ਨੂੰ ਸਿੱਧੇ ਤੌਰ ਦੇ ਉੱਪਰ ਦਿੱਤੇ ਜਾ ਚੁੱਕੇ ਹਨ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਰੈਪਿਡ ਟੈਸਟ ਜਿਹੜੀਆਂ ਹੋਰ ਜਗ੍ਹਾ ਦੇ ਉੱਪਰ ਜ਼ਰੂਰੀ ਹਨ, ਉੱਥੇ ਭੇਜੇ ਜਾਣਗੇ। ਪ੍ਰਧਾਨ ਮੰਤਰੀ ਟਰੂਡੋ ਦਾ ਕਹਿਣਾ ਹੈ ਕਿ ਇਸ ਦੇ ਨਾਲ ਜੋ ਕਰੋਨਾ ਵਾਇਰਸ ਦਾ ਰਿਸਕ ਹੈ, ਉਹ ਕਾਫੀ ਹੱਦ ਤੱਕ ਘੱਟ ਹੁੰਦਾ ਹੈ। ਨਾਲ ਦੀ ਨਾਲ ਉਹਨਾਂ ਨੇ ਓਨਟਾਰੀਓ ਦੇ ਬਾਰੇ ਵਿੱਚ ਵੀ ਜ਼ਿਕਰ ਕੀਤਾ। ਉਹਨਾਂ ਨੇ ਜਾਣਕਾਰੀ ਦਿੱਤੀ ਕਿ 500 ਬਿਜ਼ਨਸ ਅਜਿਹੇ ਹਨ ਜਿੱਥੇ ਮੁਫਤ ਰੈਪਿਡ ਟੈਸਟ ਭੇਜੇ ਜਾ ਚੁੱਕੇ ਹਨ। ਨਾਲ ਦੀ ਨਾਲ ਵੈਕਸੀਨੇਸ਼ਨ ਦੀ ਅਪਡੇਟ ਵੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਤਮਾਮ ਪ੍ਰੋਵਿੰਸਸ ਅਤੇ ਟੈਰੀਟਰੀਜ਼ ਦਾ ਧੰਨਵਾਦ ਕੀਤਾ ਹੈ। ਹੋਰ ਪ੍ਰਧਾਨ ਮੰਤਰੀ ਟਰੂਡੋ ਨੇ ਕੀ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। On Wednesday, I spoke with Premier Kenny and offered whatever help is needed to keep Albertans safe. I also spoke with Mayor Iveson of Edmonton and Mayor Nenshi of Calgary. I let them know that we're ready to assist in any way possible. In Ontario, the second team of healthcare workers from Newfoundland and Labrador arrived this week. They're joining the first team and the Armed Forces members to help in Ontario and Toronto hospitals. Right across the country, we have to continue doing everything we can to slow the spread of the virus. One of the ways to do that is with screening and testing. So far, we've distributed more than 26 million rapid tests to the provinces and territories and over 1 million directly to workplaces. Millions more are ready to be deployed. Supporting businesses, organizations, and the public sector in accessing rapid tests is key to identifying and isolating cases and therefore reducing the risk of further outbreaks. That's why we're making it even easier for everyone to access these tests. In Ontario, small and medium-sized businesses and organizations can now get rapid tests at over 40 Shoppers Drug Mart locations. Additional distribution locations and pharmacies will be added soon. Testing works. In April, we invested in the Stay Safe rapid screening program in the Waterloo region in partnership with the Ontario government, Communitech, and the local chambers of commerce. In just the first 2 weeks, more than 120,000 free rapid tests have been distributed to over 1,500 businesses. Cases have been found in asymptomatic people who had no idea they were positive, but because of the test result, were then able to isolate to prevent transmission.
we're funding similar partnerships right across the country. In Nova Scotia, local public health has been hosting regular rapid screening pop-ups. In Alberta, Suncor is using 300 rapid tests a week for their workers. We need more of these great initiatives because they work. To help, our government will continue to secure tests and get them out to where they're needed. Rapid tests can be requested directly on a new federal portal, which can be reached through canada.ca/coronavirus in the Limiting the Spread section. More screening and testing means safer workplaces and less community transmission. That will help us reopen our economy faster. ਪ੍ਰਿੰਸ ਜਾਰਜ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਨਸ਼ੇ ਦੇ ਮਾਮਲੇ ਦੇ ਵਿੱਚ 8 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਤੋਂ ਵੱਡੀ ਮਾਤਰਾ ਦੇ ਵਿੱਚ ਫੈਂਟਨਿਲ ਬਰਾਮਦ ਕੀਤੀ ਗਈ ਹੈ, ਜਿਸ ਦੀ ਸਾਰੀ ਜਾਣਕਾਰੀ RCMP ਵੱਲੋਂ ਸਾਂਝੀ ਕੀਤੀ ਗਈ। RCMP ਵੱਲੋਂ ਪਾਇਨੀਅਰ ਐਵੀਨਿਊ ਤੋਂ 8 ਲੋਕਾਂ ਨੂੰ ਨਸ਼ੇ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਇਹਨਾਂ 8 ਜਾਣਿਆਂ ਤੋਂ ਨਸ਼ਾ ਬਰਾਮਦ ਕੀਤਾ ਗਿਆ। ਜਾਣਕਾਰੀ ਦੇ ਮੁਤਾਬਕ RCMP ਵੱਲੋਂ ਅਪ੍ਰੈਲ 28 ਨੂੰ ਪਾਇਨੀਅਰ ਐਵੀਨਿਊ ਤੋਂ 8 ਜਾਣਿਆਂ ਨੂੰ ਨਸ਼ੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਪ੍ਰਿੰਸ ਜਾਰਜ RCMP ਡਾਊਨਟਾਊਨ ਸੇਫਟੀ ਯੂਨਿਟ ਅਤੇ RCMP ਸਟਰੀਟ ਕ੍ਰਿਊ ਯੂਨਿਟ, ਇਸ ਦੇ ਨਾਲ ਹੀ ਪੁਲਿਸ ਡੌਗ ਸਰਵਿਸਿਜ਼ ਵੱਲੋਂ 9 ਵਜੇ ਪਾਇਨੀਅਰ ਦੇ 100 ਬਲਾਕ ਦੇ ਵਿੱਚ ਸਰਚ ਵਾਰੰਟ ਐਗਜ਼ੀਕਿਊਟ ਕੀਤਾ ਗਿਆ ਸੀ। ਇਸ ਸੰਬੰਧੀ ਸਾਰੀ ਜਾਣਕਾਰੀ ਪ੍ਰੈਸ ਰਿਲੀਜ਼ ਦੇ ਵਿੱਚ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਜਿਹੜੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਕੋਲੋਂ ਫੈਂਟਨਿਲ ਬਰਾਮਦ ਕੀਤਾ ਗਿਆ। ਪੁਲਿਸ ਦੇ ਮੁਤਾਬਕ ਇਹ ਨਸ਼ਾ ਪ੍ਰਿੰਸ ਜਾਰਜ ਡਾਊਨਟਾਊਨ ਦੇ ਵਿੱਚ ਵੇਚਿਆ ਜਾਣਾ ਸੀ। ਇਸ ਘਰ ਤੋਂ ਇਹਨਾਂ 8 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਦੱਸਿਆ ਗਿਆ ਕਿ ਇਹ ਘਰ ਪਹਿਲਾਂ ਵੀ ਨਸ਼ਿਆਂ ਦੇ ਨਾਲ ਜੁੜਿਆ ਹੋਇਆ ਪਾਇਆ ਗਿਆ, ਕਿਉਂਕਿ ਪਿਛਲੇ ਸਾਲ ਵੀ ਅਜਿਹਾ ਮਾਮਲਾ ਇੱਥੋਂ ਸਾਹਮਣੇ ਆਇਆ ਸੀ ਤੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਪੁਲਿਸ ਨੂੰ ਜਾਣਕਾਰ ਹਨ। ਇਹਨਾਂ 8 ਜਾਣਿਆਂ ਦੇ ਵਿੱਚੋਂ 2 ਜਾਣਿਆਂ ਨੂੰ ਡਿਟੇਨ ਕੀਤਾ ਗਿਆ ਅਤੇ ਬਾਕੀਆਂ ਨੂੰ ਰਿਹਾ ਕਰ ਦਿੱਤਾ ਗਿਆ, ਪਰ ਇਹਨਾਂ ਦੇ ਉੱਪਰ ਇਨਵੈਸਟੀਗੇਸ਼ਨ ਜਾਰੀ ਰਹੇਗੀ। ਇਸ ਸੰਬੰਧੀ ਪ੍ਰਿੰਸ ਜਾਰਜ RCMP ਨੇ ਕਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਸੰਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਦੇ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ 2505613300 ਦੇ ਉੱਪਰ ਕਾਲ ਕਰਕੇ ਜਾਣਕਾਰੀ ਦਿੱਤੀ ਜਾਵੇ ਤੇ ਨਾਲ ਦੀ ਨਾਲ ਕ੍ਰਾਈਮ ਸਟਾਪਰਸ ਦਾ ਨੰਬਰ 180022284777 ਵੀ ਜਾਰੀ ਕੀਤਾ ਗਿਆ ਹੈ। ਅਲਬਰਟਾ ਵੱਲੋਂ ਕੋਵਿਡ-19 ਵਾਇਰਸ ਦੇ ਸੰਬੰਧੀ ਇੱਕ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਅਲਬਰਟਾ ਦੇ ਵਿੱਚ ਜਿਹੜੀਆਂ ਉਡਾਨਾਂ ਆਈਆਂ ਉਹਨਾਂ ਦੇ ਵਿੱਚੋਂ 55 ਫਲਾਈਟਸ ਅਜਿਹੀਆਂ ਸਨ ਜਿਨ੍ਹਾਂ ਦੇ ਵਿੱਚ ਕੋਰੋਨਾ ਵਾਇਰਸ ਦੇ ਨਾਲ ਸੰਬੰਧਿਤ ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿੱਚ ਕਈ ਡੋਮੈਸਟਿਕ ਫਲਾਈਟਸ ਹਨ ਅਤੇ ਕਈ ਇੰਟਰਨੈਸ਼ਨਲ ਫਲਾਈਟਸ ਹਨ। ਅਲਬਰਟਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪਿਛਲੇ 2 ਹਫ਼ਤਿਆਂ ਦੌਰਾਨ ਇੱਥੇ 55 ਕੋਵਿਡ-19 ਪੋਜ਼ਿਟਿਵ ਫਲਾਈਟਸ ਆਈਆਂ। ਇਹ ਜਾਣਕਾਰੀ ਗਵਰਨਮੈਂਟ ਆਫ ਕੈਨੇਡਾ ਵੱਲੋਂ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਪਿਛਲੇ 14 ਦਿਨ ਦੇ ਅੰਦਰ ਇੱਥੇ 55 ਫਲਾਈਟਸ ਅਜਿਹੀਆਂ ਆਈਆਂ ਜਿਨ੍ਹਾਂ ਦੇ ਵਿੱਚ ਕੋਵਿਡ-19 ਦੇ ਕੇਸ ਸਾਹਮਣੇ ਆਏ। ਇਹਨਾਂ ਵਿੱਚ 49 ਡੋਮੈਸਟਿਕ ਫਲਾਈਟਸ ਹਨ ਅਤੇ 6 ਇੰਟਰਨੈਸ਼ਨਲ ਫਲਾਈਟਸ ਸਨ। ਅਪ੍ਰੈਲ 30 ਨੂੰ ਅਲਬਰਟਾ ਦੇ ਵਿੱਚ 3 ਫਲਾਈਟਸ ਅਜਿਹੀਆਂ ਆਈਆਂ ਸਨ ਜਿਨ੍ਹਾਂ ਦੇ ਵਿੱਚ ਕੋਵਿਡ-19 ਮਾਮਲੇ ਸਾਹਮਣੇ ਆਏ। ਗਵਰਨਮੈਂਟ ਆਫ ਕੈਨੇਡਾ ਵੱਲੋਂ ਇਹ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਹਾਲ ਹੀ ਅੰਦਰ ਦੇਸ਼ ਵਿੱਚ ਵਾਪਸ ਆਏ ਹੋ ਤਾਂ ਤੁਹਾਨੂੰ 14 ਦਿਨਾਂ ਦੇ ਵਾਸਤੇ ਕੁਆਰੰਟੀਨ ਕਰਨਾ ਹੋਵੇਗਾ। ਇਸ ਦੇ ਲਈ ਜ਼ਰੂਰੀ ਨਹੀਂ ਕਿ ਤੁਹਾਨੂੰ ਸਿੰਪਟਮਸ ਆਉਣ ਜਾਂ ਫਿਰ ਨਹੀਂ, ਤੁਹਾਨੂੰ 14 ਦਿਨਾਂ ਦੇ ਵਾਸਤੇ ਇਕਾਂਤਵਾਸ ਕਰਨਾ ਹੀ ਪਵੇਗਾ। ਪਰ ਜੇਕਰ ਤੁਹਾਡੇ ਅੰਦਰ ਕੋਈ ਸਿੰਪਟਮਸ ਹਨ ਤੇ ਤੁਹਾਨੂੰ ਇਸ ਦੇ ਲਈ ਆਪਣਾ ਕੋਰੋਨਾ ਟੈਸਟ ਵੀ ਕਰਵਾਉਣਾ ਪਵੇਗਾ। ਜਿਨ੍ਹਾਂ 에ਅਰਲਾਈਨਸ ਦੇ ਵਿੱਚ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਉਹਨਾਂ ਦੇ ਵਿੱਚ ਏਅਰ ਕੈਨੇਡਾ, ਵੈਸਟ ਜੈਟ, ਸਵੂਪ ਐਂਡ ਨਾਰਥ ਵੈਸਟ ਏਅਰ ਪੋਜ਼ਿਟਿਵ ਡੋਮੈਸਟਿਕ ਫਲਾਈਟਸ ਜਿਹੜੀਆਂ ਕਿ ਅਪ੍ਰੈਲ 21 ਤੋਂ ਲੈ ਕੇ ਮਈ 6 ਵਿਚਕਾਰ ਆਈਆਂ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਚੱਲਦਿਆਂ ਯਾਤਰਾ ਸੰਬੰਧੀ ਕਈ ਨਿਯਮ ਲਾਗੂ ਕੀਤੇ ਗਏ ਹਨ। ਇਸੇ ਦੇ ਚੱਲਦਿਆਂ ਅਲਬਰਟਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇੱਥੇ ਆਉਣ ਵਾਲੀਆਂ ਉਡਾਨਾਂ ਦੇ ਵਿੱਚੋਂ ਕਿੰਨੀਆਂ ਅਜਿਹੀਆਂ ਉਡਾਨਾਂ ਸਨ ਜਿਨ੍ਹਾਂ ਦੇ ਵਿੱਚ ਕੋਰੋਨਾ ਵਾਇਰਸ ਪੋਜ਼ਿਟਿਵ ਮਾਮਲੇ ਸਾਹਮਣੇ ਆਏ। ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਨਾਲ ਸੰਬੰਧਿਤ ਕਿੰਨੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਇਸ ਖਬਰ ਦੇ ਵਿੱਚ ਸਾਰੀ ਜਾਣਕਾਰੀ ਸਾਂਝੀ ਕਰਾਂਗੇ। ਦੱਸਾਂਗੇ ਕਿ ਕਿਸ ਸੂਬੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਨਾਲ ਦੀ ਨਾਲ ਦੱਸਾਂਗੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਕੀ ਮੌਜੂਦਾ ਹਾਲਾਤ ਹਨ। ਓਨਟਾਰੀਓ ਤੋਂ 24 ਘੰਟੇ ਦੌਰਾਨ 3166 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਟੋਰਾਂਟੋ ਤੋਂ 876, ਪੀਲ ਰੀਜਨ ਤੋਂ 817, ਯਾਰਕ ਤੋਂ 300, ਦਹਰਮ ਰੀਜਨ ਤੋਂ 205 ਕੋਰੋਨਾ ਵਾਇਰਸ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਜਾਣਕਾਰੀ ਦੇ ਮੁਤਾਬਕ ਇਸ ਸਮੇਂ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 1924 ਦੇ ਕਰੀਬ ਹੈ, ਜਿਨ੍ਹਾਂ ਵਿੱਚੋਂ 858 ਇੰਟੈਂਸਿਵ ਕੇਅਰ ਅਧੀਨ ਹਨ। 24 ਘੰਟੇ ਦੌਰਾਨ ਕਿਬੈਕ ਤੋਂ 919 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 5 ਜਾਣਿਆਂ ਦੀ ਮੌਤ ਇਸ ਵਾਇਰਸ ਦੇ ਕਾਰਨ ਦਰਜ ਕੀਤੀ ਗਈ। ਹੁਣ ਤੱਕ 3,56,616 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ 10,974 ਲੋਕਾਂ ਦੀ ਇਸ ਵਾਇਰਸ ਦੇ ਕਾਰਨ ਜਾਨ ਜਾ ਚੁੱਕੀ ਹੈ। ਹਸਪਤਾਲ ਦੇ ਵਿੱਚ 574 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 139 ਇੰਟੈਂਸਿਵ ਕੇਅਰ ਅਧੀਨ ਹਨ। ਮੈਨੀਟੋਬਾ ਤੋਂ 502 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਪ੍ਰੋਵਿੰਸ ਦੇ ਵਿੱਚ 2,999 ਐਕਟਿਵ ਕੇਸਿਸ ਹਨ। ਪਿਛਲੇ ਸਾਲ ਮਾਰਚ ਮਹੀਨੇ ਤੋਂ ਮੈਨੀਟੋਬਾ ਵੱਲੋਂ ਹੁਣ ਤੱਕ 40,940 ਰਿਕਵਰਡ ਮਾਮਲੇ ਦਰਜ ਕੀਤੇ ਗਏ। ਕੈਨੇਡਾ ਦੇ ਵਿੱਚ ਹੁਣ ਤੱਕ 12.7 ਮਿਲੀਅਨ ਦੇ ਕਰੀਬ ਕੋਰੋਨਾ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ 24,518 ਦੇ ਕਰੀਬ ਹੁਣ ਤੱਕ ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਕੈਨੇਡਾ ਦੇ ਵਿੱਚ 11.7 ਮਿਲੀਅਨ ਦੇ ਕਰੀਬ ਰਿਕਵਰਡ ਮਾਮਲਿਆਂ ਦੀ ਗਿਣਤੀ ਹੈ। ਕੋਰੋਨਾ ਵੈਕਸੀਨ ਦੇ ਨਾਲ ਜੁੜੀ ਸਮੇਂ-ਸਮੇਂ ਦੇ ਉੱਪਰ ਅਪਡੇਟ ਸਾਹਮਣੇ ਆਉਂਦੀ ਰਹਿੰਦੀ ਹੈ। ਹੁਣ ਇੱਕ ਨਵੀਂ ਅਪਡੇਟ ਫਾਈਜ਼ਰ ਅਤੇ ਐਸਟ੍ਰਾਜੈਨੇਕਾ ਟੀਕੇ ਦੇ ਬਾਰੇ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਕਿ 60 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਦੇ ਉੱਪਰ ਇਸ ਵੈਕਸੀਨ ਦਾ ਪਹਿਲਾ ਸ਼ਾਟ ਹੀ ਕਾਫੀ ਜ਼ਿਆਦਾ ਅਸਰਦਾਰ ਪਾਇਆ ਗਿਆ ਹੈ। ਕਿੰਨੇ ਫੀਸਦੀ ਅਸਰਦਾਰ ਇਹ ਸ਼ਾਟ ਪਾਇਆ ਗਿਆ, ਇਸ ਦੀ ਜਾਣਕਾਰੀ ਦੱਸਾਂਗੇ ਇਸ ਖਬਰ ਦੇ ਵਿੱਚ। ਕੋਵਿਡ-19 ਵੈਕਸੀਨ ਦੇ ਨਾਲ ਜੁੜੀ ਹੋਈ ਅਪਡੇਟ ਸਮੇਂ-ਸਮੇਂ ਦੇ ਉੱਪਰ ਸਾਹਮਣੇ ਆਉਂਦੀ ਹੈ। ਫਾਈਜ਼ਰ ਐਸਟ੍ਰਾਜੈਨੇਕਾ ਟੀਕੇ ਵੱਲੋਂ ਆਪਣੇ ਇੱਕ ਸ਼ਾਟ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ। ਡਾਟਾ ਦੇ ਮੁਤਾਬਕ ਇਹ ਟੀਕਾ 60 ਸਾਲ ਤੋਂ ਵੱਧ ਉਮਰ ਵਾਲਿਆਂ ਦੇ ਉੱਪਰ 87% ਅਸਰਦਾਰ ਪਾਇਆ ਗਿਆ। ਇਹ ਜਾਣਕਾਰੀ ਇਸ ਵੈਕਸੀਨ ਦੇ ਇੱਕ ਸ਼ਾਟ ਦੇ ਬਾਰੇ ਵਿੱਚ ਸਾਂਝੀ ਕੀਤੀ ਗਈ ਹੈ। ਸਾਊਥ ਕੋਰੀਆ ਵੱਲੋਂ ਰੀਅਲ ਵਰਲਡ ਡਾਟਾ ਜਾਰੀ ਕੀਤਾ ਗਿਆ, ਜਿਸ ਦੇ ਮੁਤਾਬਕ ਐਸਟ੍ਰਾਜੈਨੇਕਾ ਅਤੇ ਫਾਈਜ਼ਰ ਵੈਕਸੀਨ ਜਿਹੜੇ 60 ਸਾਲ ਤੋਂ ਵੱਧ ਉਮਰ ਵਾਲੇ ਹਨ, ਉਹਨਾਂ ਦੇ ਉੱਪਰ 86.6% ਅਸਰਦਾਰ ਹੈ। ਕੋਰੀਅਨ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਏਜੰਸੀ ਵੱਲੋਂ ਫਾਈਜ਼ਰ ਦੇ ਬਾਰੇ ਵਿੱਚ ਵੀ ਇੱਕ ਖਾਸ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਦੱਸਿਆ ਕਿ ਜਦੋਂ ਇਸ ਵੈਕਸੀਨ ਦਾ ਪਹਿਲਾ ਡੋਜ਼ ਲਿਆ ਜਾਂਦਾ ਹੈ ਤੇ ਉਸ ਦੇ ਕੁਝ ਹਫ਼ਤਿਆਂ ਬਾਅਦ ਇਹ ਵੈਕਸੀਨ ਇਨਫੈਕਸ਼ਨ ਦੇ ਖਿਲਾਫ 99.7% ਇਫੈਕਟਿਵ ਹੈ, ਜਦਕਿ ਐਸਟ੍ਰਾਜੈਨੇਕਾ 86% ਅਸਰਦਾਰ ਹੈ। ਦਰਅਸਲ ਸਾਊਥ ਕੋਰੀਆ ਦੇ ਵਿੱਚ ਇਸ ਦੇ ਨਾਲ ਸੰਬੰਧਿਤ ਐਨਾਲਾਈਜ਼ ਕਰਵਾਇਆ ਗਿਆ, ਜਿਸ ਦੇ ਵਿੱਚ 3.5 ਮਿਲੀਅਨ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ, ਜਿਨ੍ਹਾਂ ਦੀ ਉਮਰ 60 ਸਾਲ ਅਤੇ ਇਸ ਤੋਂ ਵੱਧ ਸੀ। ਇਸ ਦੇ ਵਿੱਚ 5,21,133 ਲੋਕ ਅਜਿਹੇ ਸਨ ਜਿਨ੍ਹਾਂ ਨੂੰ ਫਾਈਜ਼ਰ ਅਤੇ ਐਸਟ੍ਰਾਜੈਨੇਕਾ ਦਾ ਪਹਿਲਾ ਸ਼ਾਟ ਦਿੱਤਾ ਗਿਆ। ਇਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਦੋਨਾਂ ਹੀ ਵੈਕਸੀਨ ਦੇ ਇੱਕ ਸ਼ਾਟ ਕਾਫੀ ਜ਼ਿਆਦਾ ਕੋਰੋਨਾ ਵਾਇਰਸ ਦੇ ਖਿਲਾਫ ਅਸਰਦਾਰ ਹਨ। ਹੈਲਥ ਮਿਨਿਸਟਰੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਪੂਰੇ ਵਿਸ਼ਵ ਦੇ ਵਿੱਚ ਜਿਹੜੇ 95% ਲੋਕਾਂ ਦੀ ਕੋਰੋਨਾ ਵਾਇਰਸ ਦੇ ਚੱਲਦਿਆਂ ਮੌਤ ਹੋਈ, ਉਹਨਾਂ ਦੇ ਵਿੱਚ ਵੱਧ ਉਮਰ ਵਾਲੇ ਲੋਕ ਸ਼ਾਮਿਲ ਸਨ, ਯਾਨੀ ਕਿ ਜਿਨ੍ਹਾਂ ਦੀ ਉਮਰ 60 ਜਾਂ ਫਿਰ ਇਸ ਤੋਂ ਵੱਧ ਦੀ ਸੀ। ਜਦੋਂ ਇਸ ਉਮਰ ਦੇ ਲੋਕਾਂ ਨੂੰ ਵੈਕਸੀਨ ਦਿੱਤੀ ਜਾਂਦੀ ਹੈ ਤਾਂ ਫਿਰ ਉਹਨਾਂ ਦੇ ਵਿੱਚ ਮੌਤ ਦਾ ਖਤਰਾ ਘਟ ਜਾਂਦਾ ਹੈ। ਮੈਨੀਟੋਬਾ ਵੱਲੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਜੁਰਮਾਨਿਆਂ ਦੇ ਵਿੱਚ ਵਾਧਾ ਕੀਤਾ ਗਿਆ, ਜਿੱਥੇ ਹੁਣ ਜੇਕਰ ਕੋਈ ਨਿਯਮਾਂ ਦਾ ਉਲੰਘਣ ਕਰੇਗਾ ਤੇ ਉਹਨਾਂ ਨੂੰ ਦੋਗੁਣਾ ਜੁਰਮਾਨੇ ਲੱਗਣਗੇ। ਨਾਲ ਦੀ ਨਾਲ ਉਹਨਾਂ ਵੱਲੋਂ ਪੇਡ ਸਿਕ ਲੀਵ ਪ੍ਰੋਗਰਾਮ ਦੇ ਬਾਰੇ ਵਿੱਚ ਵੀ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਓਨਟਾਰੀਓ ਨੇ ਵੀ ਪੇਡ ਸਿਕ ਲੀਵ ਪ੍ਰੋਗਰਾਮ ਦਾ ਐਲਾਨ ਕੀਤਾ ਸੀ ਅਤੇ ਹੁਣ ਮੈਨੀਟੋਬਾ ਨੇ ਵੀ ਇਸ ਦਾ ਐਲਾਨ ਕਰ ਦਿੱਤਾ ਹੈ। ਮੈਨੀਟੋਬਾ ਵੱਲੋਂ ਕੋਵਿਡ-19 ਵਾਇਰਸ ਦੇ ਚੱਲਦਿਆਂ ਜੁਰਮਾਨੇ ਅਤੇ ਸਿਕ ਲੀਵ ਬੈਨੀਫਿਟ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ। ਮੈਨੀਟੋਬਾ ਦੇ ਪ੍ਰੀਮੀਅਰ ਵੱਲੋਂ ਇਹ ਦੱਸਿਆ ਗਿਆ ਕਿ ਪ੍ਰੋਵਿੰਸ ਦੇ ਵਿੱਚ ਪੇਡ ਸਿਕ ਲੀਵ ਪ੍ਰੋਗਰਾਮ ਲਿਆਂਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਦਾ ਨਿਯਮ ਉਲੰਘਣ ਕਰਨ ਵਾਲਿਆਂ ਨੂੰ ਹੁਣ ਦੋਗੁਣਾ ਜੁਰਮਾਨਾ ਲਗਾਇਆ ਜਾਵੇਗਾ। ਮੈਨੀਟੋਬਾ ਤੋਂ ਪਹਿਲਾਂ ਓਨਟਾਰੀਓ ਵੱਲੋਂ ਪੇਡ ਸਿਕ ਲੀਵ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਅਤੇ ਇਹ ਹੁਣ ਦੂਸਰਾ ਪੇਡ ਸਿਕ ਲੀਵ ਪ੍ਰੋਗਰਾਮ ਹੈ ਜੋ ਕਿ ਮੈਨੀਟੋਬਾ ਵੱਲੋਂ ਐਲਾਨਿਆ ਗਿਆ। ਇਹ ਪ੍ਰੋਗਰਾਮ 5 ਦਿਨਾਂ ਦੇ ਵਾਸਤੇ ਹੈ, ਜਿਸ ਦੇ ਤਹਿਤ ਇੰਪਲੋਈਜ਼ ਨੂੰ $600 ਦਿੱਤੇ ਜਾਣਗੇ। ਇਸ ਸਿਕ ਲੀਵ ਪ੍ਰੋਗਰਾਮ ਦੇ ਵਿੱਚ ਟੈਸਟਿੰਗ, ਵੈਕਸੀਨੇਸ਼ਨ ਅਤੇ ਸਾਈਡ ਇਫੈਕਟਸ, ਸੈਲਫ ਆਈਸੋਲੇਸ਼ਨ ਜਾਂ ਫਿਰ ਆਪਣੇ ਕਿਸੇ ਖਾਸ ਦੀ ਕੇਅਰ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਪ੍ਰਾਈਵੇਟ ਅਤੇ ਨਾਨ ਪ੍ਰੋਫਿਟ ਸੈਕਟਰ, ਇਸ ਦੇ ਨਾਲ ਹੀ ਚੈਰੀਟੇਬਲ ਇੰਪਲੋਇਰਸ ਦੇ ਉੱਪਰ ਵੀ ਲਾਗੂ ਹੋਵੇਗਾ। ਇਸ ਪ੍ਰੋਗਰਾਮ ਨੂੰ ਸਤੰਬਰ 25 ਤੱਕ ਜਾਰੀ ਰੱਖਿਆ ਜਾਵੇਗਾ। ਇਸ ਦੀਆਂ ਐਪਲੀਕੇਸ਼ਨਸ ਗਵਰਨਮੈਂਟ ਵੈਬਸਾਈਟ ਦੇ ਉੱਪਰ ਜਾਰੀ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਓਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਵੱਲੋਂ ਹਾਲ ਹੀ ਦੇ ਵਿੱਚ ਸਿਕ ਲੀਵ ਪ੍ਰੋਗਰਾਮ ਦਾ ਪ੍ਰੋਵਿੰਸ ਦੇ ਵਾਸਤੇ ਐਲਾਨ ਕੀਤਾ ਗਿਆ, ਜਿਸ ਦੇ ਵਿੱਚ 3 ਦਿਨ ਰੱਖੇ ਗਏ ਅਤੇ ਇੰਪਲੋਈਜ਼ ਦੇ ਲਈ $200 ਰੱਖੇ ਗਏ ਹਨ। ਪ੍ਰੀਮੀਅਰ ਵੱਲੋਂ ਜੋ ਜੁਰਮਾਨਿਆਂ ਨੂੰ ਦੋਗੁਣਾ ਕਰਨ ਦੀ ਜਾਣਕਾਰੀ ਦਿੱਤੀ ਗਈ, ਉਸ ਦੇ ਮੁਤਾਬਕ ਹੁਣ
ਜੇਕਰ ਕੋਈ ਇੰਡੋਰ ਪਬਲਿਕ ਪਲੇਸ ਦੇ ਵਿੱਚ ਮਾਸਕ ਨਹੀਂ ਪਾਉਂਦਾ ਤਾਂ ਉਸ ਨੂੰ $596 ਦਾ ਜੁਰਮਾਨਾ ਲੱਗੇਗਾ। ਜੇਕਰ ਕੋਈ ਪਬਲਿਕ ਹੈਲਥ ਆਰਡਰਸ ਦਾ ਉਲੰਘਣ ਕਰ ਇਕੱਠ ਕਰਦਾ ਹੈ ਤੇ ਉਸ ਨੂੰ $2592 ਦਾ ਜੁਰਮਾਨਾ ਲੱਗੇਗਾ। ਜੇਕਰ ਕਿਸੇ ਬਿਜ਼ਨਸ ਵੱਲੋਂ ਪਬਲਿਕ ਹੈਲਥ ਆਰਡਰਸ ਦਾ ਉਲੰਘਣ ਕੀਤਾ ਜਾਵੇਗਾ ਤਾਂ ਉਸ ਨੂੰ $10,000 ਦਾ ਜੁਰਮਾਨਾ ਲਗਾਇਆ ਜਾਵੇਗਾ। ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਦੇਖ ਕੇ ਮੈਨੀਟੋਬਾ ਦੇ ਵਿੱਚ ਇਹ ਐਲਾਨ ਕੀਤੇ ਗਏ ਹਨ। ਸਰੀ ਕਲੋਵਰਡੇਲ ਦੇ ਵਿੱਚ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਨਵੇਂ ਪਲਾਨ ਦਾ ਐਲਾਨ ਕੀਤਾ ਗਿਆ। ਕਲੋਵਰਡੇਲ ਨੂੰ ਹੁਣ ਹਾਈ ਟ੍ਰਾਂਸਮਿਸ਼ਨ ਏਰੀਆ ਲਿਸਟ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇੱਥੇ ਜਿਨ੍ਹਾਂ ਦੀ ਉਮਰ 30 ਸਾਲ ਅਤੇ ਇਸ ਤੋਂ ਵੱਧ ਹੈ ਹਰ ਕੋਈ ਆਪਣੀ ਵੈਕਸੀਨ ਦੀ ਅਪਾਇੰਟਮੈਂਟ ਬੁੱਕ ਕਰ ਸਕਦਾ ਹੈ। ਸਰੀ ਕਲੋਵਰਡੇਲ ਨੂੰ ਹੁਣ ਹਾਈ ਟ੍ਰਾਂਸਮਿਸ਼ਨ ਏਰੀਆ ਮੰਨਿਆ ਜਾ ਰਿਹਾ ਹੈ। ਫਰੇਜ਼ਰ ਹੈਲਥ ਵੱਲੋਂ ਕਲੋਵਰਡੇਲ ਨੂੰ ਆਪਣੀ ਹਾਈ ਟ੍ਰਾਂਸਮਿਸ਼ਨ ਨੇਬਰਹੁੱਡ ਲਿਸਟ ਦੇ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਹੈ। ਕਲੋਵਰਡੇਲ ਦੇ ਵਿੱਚ ਜਿਹੜੇ ਵੀ 30 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਨੇ ਹੁਣ ਆਪਣੀ ਵੈਕਸੀਨ ਦੀ ਅਪਾਇੰਟਮੈਂਟ ਬੁੱਕ ਕਰ ਸਕਦੇ ਹਨ। ਫਰੇਜ਼ਰ ਹੈਲਥ ਵੱਲੋਂ 9 ਨਵੇਂ ਨਾਮ ਆਪਣੀ ਲਿਸਟ ਦੇ ਵਿੱਚ ਸ਼ਾਮਿਲ ਕੀਤੇ ਗਏ ਹਨ। ਇਹਨਾਂ ਸਾਰੇ ਹਾਈ ਟ੍ਰਾਂਸਮਿਸ਼ਨ ਏਰੀਆਜ਼ ਦੇ ਵਿੱਚ ਵੈਕਸੀਨ ਲਗਵਾਉਣ ਦੀ ਉਮਰ ਨੂੰ ਵੀ ਘੱਟ ਕਰ ਦਿੱਤਾ ਗਿਆ ਹੈ, ਜੋ ਕਿ ਪਹਿਲਾਂ 40 ਸਾਲ ਸੀ ਅਤੇ ਹੁਣ ਇੱਥੇ 30 ਸਾਲ ਉਮਰ ਤੈਅ ਕੀਤੀ ਗਈ ਹੈ, ਜਾਣੀ ਕਿ 30 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਹਰ ਕੋਈ ਅਪਾਇੰਟਮੈਂਟ ਬੁੱਕ ਕਰ ਸਕਦੇ ਹਨ। ਫਰੇਜ਼ਰ ਹੈਲਥ ਵੱਲੋਂ ਆਪਣੀ ਲਿਸਟ ਦੇ ਵਿੱਚ ਜਿਹੜੇ 9 ਨਵੇਂ ਨਾਮ ਸ਼ਾਮਿਲ ਕੀਤੇ ਗਏ ਨੇ ਉਹਨਾਂ ਦੇ ਵਿੱਚ ਕਲੋਵਰਡੇਲ, ਗਿਲਡਫੋਰਡ, ਐਪਸਫੋਰਡ ਸੈਂਟਰਲ, ਐਪਸਫੋਰਡ ਈਸਟ, ਐਪਸਫੋਰਡ ਰੂਰਲ, ਲੈਂਗਲੀ, ਬਿਲੋਵੀ, ਬਰਨਵੀ ਸਾਊਥ ਈਸਟ, ਬਰਨਵੀ ਸਾਊਥ ਵੈਸਟ ਅਤੇ ਸਾਊਥ ਮਿਸ਼ਨ ਦਾ ਨਾਮ ਸ਼ਾਮਿਲ ਹੈ। ਇਸ ਦੇ ਨਾਲ ਹੀ ਫਰੇਜ਼ਰ ਹੈਲਥ ਵੱਲੋਂ ਕਿਹਾ ਗਿਆ ਹੈ ਕਿ ਆਪਣੀ ਵੈਕਸੀਨੇਸ਼ਨ ਦੀ ਅਪਾਇੰਟਮੈਂਟ ਸਰਕਾਰੀ ਵੈਬਸਾਈਟ ਦੇ ਉੱਪਰ ਬੁੱਕ ਕਰਵਾਈ ਜਾ ਸਕਦੀ ਹੈ, ਜਾਣੀ ਕਿ ਵੈਕਸੀਨ ਲਗਵਾਉਣ ਵਾਸਤੇ ਇਸ ਦੇ ਉੱਪਰ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦੇ ਹਨ। ਮੈਨੀਟੋਬਾ ਵੱਲੋਂ ਆਪਣੇ ਨਵੇਂ ਪੀਐਨਪੀ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ 150 ਉਮੀਦਵਾਰਾਂ ਨੂੰ ਸੱਦੇ ਦਿੱਤੇ ਗਏ। ਹੁਣ ਤੱਕ 2021 ਦੌਰਾਨ ਮੈਨੀਟੋਬਾ ਵੱਲੋਂ 2000 ਤੋਂ ਵੱਧ ਇਨਵੀਟੇਸ਼ਨ ਜਾਰੀ ਕੀਤੇ ਜਾ ਚੁੱਕੇ ਹਨ। ਮੈਨੀਟੋਬਾ ਵੱਲੋਂ ਆਪਣੇ ਨਵੇਂ ਪੀਐਨਪੀ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ 150 ਇਨਵੀਟੇਸ਼ਨ ਜਾਰੀ ਕੀਤੇ ਗਏ। ਇਹ ਡਰਾਅ ਮਈ 6 ਨੂੰ ਕੱਢਿਆ ਗਿਆ, ਜਿੱਥੇ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਮੈਨੀਟੋਬਾ ਵੱਲੋਂ 3 ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਅਧੀਨ ਸੱਦੇ ਜਾਰੀ ਕੀਤੇ ਜਾਂਦੇ ਹਨ ਅਤੇ ਇਹ 3 ਸਟਰੀਮਸ ਹਨ: ਸਕਿਲਡ ਵਰਕਰਸ ਇਨ ਮੈਨੀਟੋਬਾ, ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਅਤੇ ਸਕਿਲਡ ਵਰਕਰਸ ਓਵਰਸੀਜ਼। ਨਵੇਂ ਡਰਾਅ ਦੇ ਮੁਤਾਬਕ ਸਕਿਲਡ ਵਰਕਰਸ ਇਨ ਮੈਨੀਟੋਬਾ ਦੇ ਅਧੀਨ 104 ਇਨਵੀਟੇਸ਼ਨ ਦਿੱਤੇ ਗਏ, ਜਿਸ ਦੇ ਵਾਸਤੇ ਘੱਟੋ-ਘੱਟ 400 EOI ਸਕੋਰਸ ਦੀ ਜ਼ਰੂਰਤ ਸੀ। ਸਕਿਲਡ ਵਰਕਰਸ ਓਵਰਸੀ ਕੈਟਾਗਰੀ ਦੇ ਅਧੀਨ 29 ਇਨਵੀਟੇਸ਼ਨ ਦਿੱਤੇ ਗਏ, ਜਿਸ ਦੇ ਵਾਸਤੇ ਘੱਟੋ-ਘੱਟ 703 EOI ਸਕੋਰਸ ਦੀ ਜ਼ਰੂਰਤ ਸੀ। ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਦੇ ਵਿੱਚ 13 ਇਨਵੀਟੇਸ਼ਨ ਦਿੱਤੇ ਗਏ, ਜਿਨ੍ਹਾਂ ਦੇ ਵਾਸਤੇ ਕਿਸੇ ਵੀ EOI ਸਕੋਰ ਦੀ ਜ਼ਰੂਰਤ ਨਹੀਂ ਸੀ। 14 ਇਨਵੀਟੇਸ਼ਨ ਜਿਨ੍ਹਾਂ ਨੂੰ ਲੈਟਰਸ ਆਫ ਐਡਵਾਈਸ ਟੂ ਅਪਲਾਈ ਕਿਹਾ ਜਾਂਦਾ ਹੈ, ਉਹ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਦਿੱਤੇ ਗਏ। ਹੁਣ ਤੱਕ ਮਿਲੀ ਜਾਣਕਾਰੀ ਦੇ ਮੁਤਾਬਕ 2021 ਦੇ ਦੌਰਾਨ ਮੈਨੀਟੋਬਾ ਵੱਲੋਂ 2000 ਤੋਂ ਵੱਧ PNP ਕੈਂਡੀਡੇਟਸ ਨੂੰ ਅਪਲਾਈ ਕਰਨ ਦਾ ਮੌਕਾ ਦਿੱਤਾ ਜਾ ਚੁੱਕਾ ਹੈ, ਜਾਣੀ ਕਿ ਹੁਣ ਤੱਕ ਮੈਨੀਟੋਬਾ ਵੱਲੋਂ 2786 ਇਨਵੀਟੇਸ਼ਨ ਦਿੱਤੇ ਜਾ ਚੁੱਕੇ ਹਨ। ਐਲਬਰਟਾ ਦੇ ਟਰੱਕ ਡਰਾਈਵਰਸ ਨੂੰ ਹੁਣ ਮੁਫਤ ਦੇ ਵਿੱਚ ਕੋਰੋਨਾ ਵੈਕਸੀਨ ਲਗਾਈ ਜਾਵੇਗੀ। ਦਰਅਸਲ ਐਲਬਰਟਾ ਅਤੇ ਮੋਂਟਾਨਾ ਵੱਲੋਂ ਇੱਕ ਐਗਰੀਮੈਂਟ ਸਾਈਨ ਕੀਤਾ ਗਿਆ, ਜਿਸ ਦੀ ਜਾਣਕਾਰੀ ਪ੍ਰੀਮੀਅਰ ਨੇ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਜਿਹੜੇ ਵੀ ਐਲਬਰਟਾ ਦੇ ਟਰੱਕ ਡਰਾਈਵਰ ਅਮਰੀਕਾ ਜਾਂਦੇ ਹਨ, ਉਹਨਾਂ ਨੂੰ ਮੁਫਤ ਦੇ ਵਿੱਚ ਕੋਵਿਡ-19 ਵੈਕਸੀਨ ਲਗਾਈ ਜਾਵੇਗੀ। ਜੋ ਟੀਕਾ ਉਹਨਾਂ ਨੂੰ ਲਗਾਇਆ ਜਾਵੇਗਾ ਉਹ ਜੌਨਸਨ ਵੈਕਸੀਨ ਹੋਵੇਗਾ, ਕਿਉਂਕਿ ਇਸ ਦੀ ਸਿਰਫ ਇੱਕ ਸ਼ਾਟ ਦੀ ਹੀ ਜ਼ਰੂਰਤ ਹੁੰਦੀ ਹੈ। ਪ੍ਰੀਮੀਅਰ ਕੈਨੀ ਵੱਲੋਂ ਐਲਬਰਟਾ ਅਤੇ ਮੋਂਟਾਨਾ ਦੇ ਵਿਚਕਾਰ ਕੋਵਿਡ-19 ਵੈਕਸੀਨ ਪਾਰਟਨਰਸ਼ਿਪ ਦਾ ਐਲਾਨ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਐਲਬਰਟਾ ਅਤੇ ਮੋਂਟਾਨਾ ਵੱਲੋਂ ਇਕੱਠੇ ਹੋ ਟਰੱਕਰਸ ਦੀ ਕੋਵਿਡ-19 ਵੈਕਸੀਨ ਲਗਵਾਉਣ ਦੇ ਵਿੱਚ ਮਦਦ ਕੀਤੀ ਜਾਵੇਗੀ। ਇੱਕ ਨਿਊਜ਼ ਕਾਨਫਰੰਸ ਦੇ ਦੌਰਾਨ ਪ੍ਰੀਮੀਅਰ ਜੇਸਨ ਕੈਨੀ ਵੱਲੋਂ ਇਸ ਸੰਬੰਧੀ तमाम ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਜਿਹੜੇ ਵੀ ਕਮਰਸ਼ੀਅਲ ਟਰੱਕ ਡਰਾਈਵਰਸ ਅਮਰੀਕਾ ਦੇ ਵਿੱਚ ਜਾਂਦੇ ਹਨ, ਉਹਨਾਂ ਨੂੰ ਕੋਵਿਡ-19 ਵੈਕਸੀਨ ਲਗਾਈ ਜਾਵੇਗੀ। ਉਹਨਾਂ ਦੱਸਿਆ ਕਿ ਸਾਡੇ ਵੱਲੋਂ ਮੋਂਟਾਨਾ ਦੇ ਨਾਲ ਇੱਕ ਐਗਰੀਮੈਂਟ ਸਾਈਨ ਕੀਤਾ ਜਾ ਰਿਹਾ ਹੈ ਤਾਂ ਕਿ ਟਰੱਕ ਡਰਾਈਵਰਾਂ ਨੂੰ ਵੈਕਸੀਨ ਲਗਾਈ ਜਾ ਸਕੇ। ਇਸ ਦੀ ਸ਼ੁਰੂਆਤ ਮਈ 10 ਤੋਂ ਹੋਵੇਗੀ, ਜਿਸ ਦੇ ਤਹਿਤ ਮੋਂਟਾਨਾ ਵੱਲੋਂ ਦਾਖਲ ਹੋਣ ਵਾਲੇ ਟਰੱਕਰਸ ਨੂੰ ਕੋਵਿਡ-19 ਵੈਕਸੀਨ ਸ਼ਾਟ ਲਗਾਇਆ ਜਾਵੇਗਾ। ਇਸ ਦੇ ਵਾਸਤੇ ਕੋਈ ਵੀ ਕਾਸਟ ਨਹੀਂ ਹੋਵੇਗੀ। ਇਹ ਮਈ 23 ਤੱਕ ਜਾਰੀ ਰਹੇਗਾ, ਜੋ ਕਿ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਅਵੇਲੇਬਲ ਹੋਵੇਗਾ। ਇਸ ਦੌਰਾਨ ਜਿਹੜਾ ਟਰੱਕਰਸ ਨੂੰ ਕੋਵਿਡ-19 ਵੈਕਸੀਨ ਲਗਾਇਆ ਜਾਵੇਗਾ ਉਹ ਜੌਨਸਨ ਦਾ ਟੀਕਾ ਹੋਵੇਗਾ, ਕਿਉਂਕਿ ਇਸ ਦੀ ਸਿਰਫ ਇੱਕ ਡੋਜ਼ ਹੀ ਜ਼ਰੂਰੀ ਹੁੰਦੀ ਹੈ।
ਟਰੱਕਰਸ ਨੂੰ ਇਸ ਦੇ ਵਾਸਤੇ ਪਹਿਲਾਂ ਕੋਈ ਬੁਕਿੰਗ ਜਾਂ ਫਿਰ ਅਪਾਇੰਟਮੈਂਟ ਨਹੀਂ ਲੈਣੀ ਹੋਵੇਗੀ। ਕੈਨੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਇਸ ਪ੍ਰੋਗਰਾਮ ਅਧੀਨ 2000 ਐਲਬਰਟਾ ਟਰੱਕ ਡਰਾਈਵਰਸ ਟੀਕਾ ਲਗਵਾਉਣ ਦੇ ਲਈ ਐਲੀਜੀਬਲ ਹੋਣਗੇ। ਉਨ੍ਹਾਂ ਕਿਹਾ ਕਿ ਅਜਿਹੇ ਦੇ ਨਾਲ ਜਿਹੜਾ ਇਨਫੈਕਸ਼ਨ ਹੈ ਉਸ ਦਾ ਪੱਧਰ ਘੱਟ ਹੋਵੇਗਾ ਕਿਉਂਕਿ ਇਹਨਾਂ ਟਰੱਕ ਡਰਾਈਵਰਸ ਨੂੰ ਕ੍ਰਾਸ ਬਾਰਡਰ ਜਾਣਾ ਪੈਂਦਾ ਹੈ। ਜੋ ਅਪਡੇਟ ਸਾਂਝੀ ਕੀਤੀ ਗਈ ਹੈ ਉਸ ਦੇ ਮੁਤਾਬਕ ਰੋਜ਼ਾਨਾ 800 ਕਮਰਸ਼ੀਅਲ ਕੈਰੀਅਰ ਐਲਬਰਟਾ ਮੋਂਟਾਨਾ ਬਾਰਡਰ ਕ੍ਰਾਸ ਕਰਦੇ ਹਨ। ਇਸ ਤੋਂ ਪਹਿਲਾਂ ਹੀ ਕੇਨੀ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਸੀ ਕਿ ਐਲਬਰਟਾ ਦੇ ਵਿੱਚ ਮਈ 10 ਤੋਂ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਕੋਵਿਡ-19 ਵੈਕਸੀਨ ਦੇ ਲਈ ਐਲੀਜੀਬਲ ਕੀਤਾ ਜਾ ਰਿਹਾ ਹੈ, ਜਾਣੀ ਕਿ ਇਸ ਵੈਕਸੀਨੇਸ਼ਨ ਪਲਾਨ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਨਵੇਂ ਇਮੀਗ੍ਰੇਸ਼ਨ ਪ੍ਰੋਗਰਾਮ ਨੇ ਬਣਾਇਆ ਰਿਕਾਰਡ, ਲਗਭਗ 24 ਘੰਟਿਆਂ ਦੇ ਵਿੱਚ ਹੀ ਵਿਦਿਆਰਥੀ ਕੋਟਾ ਹੋਇਆ ਪੂਰਾ। ਅਪ੍ਰੈਲ ਮਹੀਨਾ ਕੈਨੇਡਾ ਦੇ ਲਈ ਰਿਹਾ ਮਾੜਾ, ਗਵਾਈਆਂ 2,07,000 ਨੌਕਰੀਆਂ। ਕਰੋਨਾ ਕਾਰਨ ਏਅਰ ਕੈਨੇਡਾ ਨੂੰ ਪਿਆ ਘਾਟਾ, $1.3 ਬਿਲੀਅਨ ਦਾ ਪਿਆ ਘਾਟਾ। ਟਰੂਡੋ ਨੇ ਦੱਸਿਆ ਕਿਵੇਂ ਘੱਟ ਹੋਵੇਗਾ ਵਾਇਰਸ ਦਾ ਫੈਲਾਅ, ਟਰੂਡੋ ਨੇ ਸੂਬਿਆਂ ਦਾ ਕੀਤਾ ਧੰਨਵਾਦ। ਨਸ਼ੇ ਦੇ ਮਾਮਲੇ ਦੇ ਵਿੱਚ 8 ਜਾਣੇ ਗ੍ਰਿਫਤਾਰ, ਪ੍ਰਿੰਸ ਜਾਰਜ ਤੋਂ ਮਾਮਲਾ ਆਇਆ ਸਾਹਮਣੇ। ਐਲਬਰਟਾ ਆਉਣ ਵਾਲੀਆਂ ਉਡਾਨਾਂ ਦੇ ਵਿੱਚ ਨਿਕਲੇ ਕਰੋਨਾ ਮਾਮਲੇ, 55 ਉਡਾਨਾਂ ਦੇ ਵਿੱਚ ਪਾਏ ਗਏ ਕਰੋਨਾ ਮਾਮਲੇ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।